ਮੇਰੇ ਚੈਨਲ ਤੇ ਸਾਰੇ ਅਧਿਆਪਕਾਂ ਦਾ ਅਤੇ ਵਿਦਿਆਰਥੀਆਂ ਦਾ ਸਵਾਗਤ ਹੈ। ਅੱਜ ਆਪਾਂ ਰੀਟੇਲ ਦੇ ਯੂਨਿਟ ਪਹਿਲੇ ਦੀ ਗੱਲ ਕਰਾਂਗੇ, ਐਡਵਾਂਸਿਸ ਇਨ ਰੀਟੇਲ। ਉਸ ਦਾ ਸੈਸ਼ਨ ਦੂਸਰਾ ਪੜਾਂਗੇ, ਪ੍ਰਚੂਨ ਵਿੱਚ ਖੋਜ, ਰੀਟੇਲ ਰਿਸਰਚ। ਸਭ ਤੋਂ ਪਹਿਲਾਂ ਗੱਲ ਕਰਾਂਗੇ ਰਿਸਰਚ। ਰਿਸਰਚ ਦਾ ਮਤਲਬ ਹੈ ਖੋਜ। ਰਿਸਰਚ ਇਨ ਰੀਟੇਲ, ਇਹਦਾ ਮਤਲਬ ਰੀਟੇਲ ਸੈਕਟਰ ਦੇ ਵਿੱਚ ਕੀਤੀ ਗਈ ਖੋਜ। ਪ੍ਰਚੂਨ ਵਿੱਚ ਖੋਜ ਇੱਕ ਅਜਿਹਾ ਕੰਮ ਹੈ ਜਿਸ ਦਾ ਸੰਬੰਧ ਗ੍ਰਾਹਕ ਨਾਲ ਹੁੰਦਾ ਹੈ ਅਤੇ ਗ੍ਰਾਹਕ ਅਤੇ ਆਮ ਲੋਕਾਂ ਦਾ ਮੰਡੀ ਨਾਲ ਸੂਚਨਾ ਰਾਹੀਂ ਸੰਬੰਧ ਹੁੰਦਾ ਹੈ। ਹੁਣ ਆਪਾਂ ਗੱਲ ਕਰਾਂਗੇ ਜਿਹੜਾ ਇਹ ਰਿਸਰਚ ਕੀਤਾ ਜਾ ਰਿਹਾ ਹੈ ਰੀਟੇਲ ਦੇ ਵਿੱਚ, ਉਹਦਾ ਮਤਲਬ ਲਾਹਾ ਕਿਹਨੂੰ ਕਿਹਨੂੰ ਹੈ, ਕਿਸ ਕਿਸ ਦੀ ਇਹ ਮਦਦ ਕਰਦਾ ਹੈ, ਇਹ ਡਾਟਾ ਜੋ ਇਕੱਠਾ ਕੀਤਾ ਜਾਂਦਾ ਹੈ ਖੋਜ ਕਰਕੇ। ਸਭ ਤੋਂ ਪਹਿਲਾਂ ਇਹ ਗੱਲ ਕਰਦੇ ਹਾਂ ਮੰਡੀ ਬਾਜ਼ਾਰ ਦੀਆਂ ਹਾਲਾਤਾਂ ਦਾ ਵਿਸ਼ਲੇਸ਼ਣ ਕਰਨ ਦੀ ਜ਼ਿੰਮੇਵਾਰੀ ਵਿੱਚ। ਉਸ ਤੋਂ ਬਾਅਦ ਲਾਭ ਫਾਇਦਿਆਂ ਨੂੰ ਬਣਾਏ ਰੱਖਣ ਲਈ ਵਿਕਾਸਸ਼ੀਲ ਰਣਨੀਤੀ ਤਿਆਰ ਕਰਨ ਦੇ ਕੰਮ ਵਿੱਚ। ਤੀਸਰਾ ਪੁਆਇੰਟ ਹੈ ਵਿਸ਼ੇਸ਼ ਮੰਡੀ ਦੇ ਵਿਕਾਸ ਪ੍ਰੋਗਰਾਮਾਂ ਦਾ ਹਿਸਾਬ ਲਗਾਉਣ ਦੇ ਵਿੱਚ। ਫੋਰਥ ਪੁਆਇੰਟ ਹੈ ਮਿਲਣੀ ਯੋਗ ਉਦੇਸ਼ਾਂ ਨਾਲ ਰਣਨੀਤੀ ਨੂੰ ਲਾਗੂ ਕਰਨਾ। ਸੋ ਇਹਨਾਂ ਮੁੱਖ ਕੰਮਾਂ ਦੇ ਵਿੱਚ ਇਹ ਜੋ ਰਿਟੇਲ ਰਿਸਰਚ ਦਾ ਡਾਟਾ ਹੈ ਇਹ ਵਰਤਿਆ ਜਾਂਦਾ ਹੈ ਜਾਂ ਇਹਨਾਂ ਦੀ ਹੈਲਪ ਕਰ ਸਕਦਾ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜਿਹੜਾ ਰਿਟੇਲ ਰਿਸਰਚ ਕੀਤਾ ਜਾਂਦਾ ਹੈ ਇਹਦੀ ਜ਼ਰੂਰਤ ਕਿਉਂ ਪਈ। ਮੰਡੀਕਰਨ ਵਾਤਾਵਰਨ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ। ਪਹਿਲਾਂ ਦੇ ਸਮੇਂ ਨਾਲ ਆਪਾਂ ਕੰਪੇਅਰ ਕਰੀਏ ਤਾਂ ਅਜੋਕਾ ਸਮਾਂ ਜੋ ਹੈ ਉਹ ਬਾਜ਼ਾਰ ਬਹੁਤ ਤੇਜ਼ੀ ਨਾਲ ਬਦਲਣ ਕਰਕੇ ਇਸ ਰਿਸਰਚ ਦੀ ਬਹੁਤ ਜ਼ਿਆਦਾ ਲੋੜ ਹੈ। ਗਾਹਕਾਂ ਦੀਆਂ ਮੰਗਾਂ ਵਿੱਚ ਬਦਲਾਅ ਨਜ਼ਰ ਆਉਂਦਾ ਹੈ। ਗੁਣ ਕੁਆਲਿਟੀ ਬਾਰੇ ਅੱਜ ਕੱਲ੍ਹ ਗ੍ਰਾਹਕ ਜੋ ਹੈ ਜ਼ਿਆਦਾ ਜਾਣਕਾਰੀ ਰੱਖਦੇ ਨੇ। ਉਹਨਾਂ ਕੋਲ ਦੁਕਾਨਾਂ 'ਤੇ ਜਾ ਕੇ ਸਮਾਨ ਲੈਣ ਦਾ ਜੋ ਸਮਾਂ ਹੈ ਉਹ ਘੱਟ ਗਿਆ ਹੈ। ਦੂਜੇ ਪਾਸੇ ਅਰਥ ਵਿਵਸਥਾ ਅਤੇ ਸੰਸਾਰੀਕਰਨ ਦੇ ਖੁੱਲ੍ਹਣ ਨਾਲ ਬਾਜ਼ਾਰਾਂ ਵਿੱਚ ਬਹੁਤ ਸਾਰੇ ਵਿਦੇਸ਼ੀ ਉਤਪਾਦ ਸਮਾ ਗਏ ਹਨ, ਜਿਨ੍ਹਾਂ ਨਾਲ ਘਰੇਲੂ ਉਤਪਾਦਾਂ ਦਾ ਉਹਨਾਂ ਨਾਲ ਮੁਕਾਬਲਾ ਔਖਾ ਹੋ ਗਿਆ ਹੈ। ਪ੍ਰਚੂਨ ਵਪਾਰ ਹੁਣ ਸੰਗਠਿਤ ਹੋ ਗਿਆ ਹੈ ਅਤੇ ਇਸ ਦੀਆਂ ਜੜ੍ਹਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਫੈਲ ਰਹੀਆਂ ਹਨ। ਸੋ ਇਸ ਕਰਕੇ ਜੋ ਰੀਟੇਲ ਰਿਸਰਚ ਹੈ ਉਹਦੀ ਜ਼ਰੂਰਤ ਵੱਧਦੀ ਜਾ ਰਹੀ ਹੈ। ਹੁਣ ਆਪਾਂ ਜੋ ਰੀਟੇਲ ਰਿਸਰਚ ਹੈ ਇਸ ਨੂੰ ਕੁਝ ਭਾਗਾਂ 'ਚ ਵੰਡਾਂਗੇ ਜਿਸ ਆਧਾਰ 'ਤੇ ਇਹ ਰਿਸਰਚ ਕੀਤਾ ਜਾ ਸਕਦਾ ਹੈ ਜਾਂ ਜਿਹੜੇ ਖੇਤਰਾਂ 'ਚ ਇਹ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਮੰਡੀ ਦੇ ਹਿੱਸੇ, ਉਹਦੇ ਵਿੱਚ ਆਪਾਂ ਕੁਝ ਆਧਾਰ ਮੰਨ ਕੇ ਚੱਲਦੇ ਹਾਂ। ਪ੍ਰਚੂਨ ਬਾਜ਼ਾਰ ਵਿੱਚ ਜੋ ਮੌਜੂਦਾ ਸਭ ਤੋਂ ਸਧਾਰਨ ਪਰਿਵਰਤਨਸ਼ੀਲ ਟੁਕੜਾ ਹੈ ਉਸ ਨੂੰ ਵੰਡਿਆ ਜਾਂਦਾ। ਸਭ ਤੋਂ ਪਹਿਲਾਂ ਕਿਸ ਆਧਾਰ 'ਤੇ ਆਪਾਂ ਇਹ ਰਿਟੇਲ ਰਿਸਰਚ ਕਰਨੀ ਹੈ। ਉਹਦੇ ਵਿੱਚ ਆ ਜਾਂਦਾ ਹੈ ਪਹਿਲੇ ਨੰਬਰ 'ਤੇ ਭੂਗੋਲਿਕ ਪਰਿਵਰਤਨਸ਼ੀਲ, ਜਿਵੇਂ ਰਾਜ, ਜ਼ਿਲ੍ਹਾ, ਮੰਡਲ, ਤਹਿਸੀਲ। ਸੋ ਜਿਹੜੇ ਇਹ ਖੇਤਰੀ ਜਗ੍ਹਾਵਾਂ ਨੇ ਨਾ, ਖੇਤਰੀ ਜਗ੍ਹਾ ਨੇ, ਇਹਨਾਂ ਦੇ ਵਿੱਚ ਭੂਗੋਲਿਕ ਤੌਰ 'ਤੇ ਬਹੁਤ ਸਾਰੀ ਪਰਿਵਰਤਨ ਆਉਂਦੇ ਰਹਿੰਦੇ ਨੇ। ਕਿਸੇ ਤਹਿਸੀਲ ਪੱਧਰ 'ਤੇ ਪਰਿਵਰਤਨ ਆ ਸਕਦਾ ਹੈ, ਸਟੇਟ ਲੈਵਲ 'ਤੇ ਆ ਸਕਦਾ ਹੈ। ਇਹਨਾਂ ਕਰਕੇ ਸਮੇਂ-ਸਮੇਂ 'ਤੇ ਉਹਦਾ ਰਿਸਰਚ ਕਰਨਾ ਵੀ ਜ਼ਰੂਰੀ ਪੈ ਜਾਂਦਾ ਹੈ ਤਾਂ ਕਿ ਲੋਕਾਂ ਦੀ ਜੋ ਜ਼ਰੂਰਤਾਂ ਨੇ ਉਹ ਕਿੱਦਾਂ ਬਦਲ ਰਹੀਆਂ ਸਮੇਂ-ਸਮੇਂ 'ਤੇ। ਉਸ ਤੋਂ ਬਾਅਦ ਜਨ ਆਂਕੜਾ ਸ਼ਾਸਤਰ, ਇਸ ਦੇ ਵਿੱਚ ਆ ਜਾਂਦਾ ਹੈ ਵਿਅਕਤੀਆਂ ਦੀ ਉਮਰ ਦੇ ਆਧਾਰ 'ਤੇ ਰਿਸਰਚ ਕਰਨਾ, ਉਹਨਾਂ ਦੇ ਲਿੰਗ ਦੇ ਆਧਾਰ 'ਤੇ, ਪੁਰਸ਼ਾਂ 'ਤੇ ਰਿਸਰਚ ਅਲੱਗ ਤੋਂ, ਲੇਡੀਜ਼ 'ਤੇ, ਸਿੱਖਿਆ ਦੇ ਆਧਾਰ 'ਤੇ ਵੀ ਲੋਕਾਂ ਦਾ ਜੋ ਸਿੱਖਿਆ ਦਾ ਲੈਵਲ ਹੈ ਕਿੰਨਾ ਕੁ ਜ਼ਿਆਦਾ ਹੈ ਕਿਸੇ ਖਾਸ ਖੇਤਰ 'ਚ ਰਹਿਣ ਵਾਲੇ ਲੋਕਾਂ ਦਾ, ਕਿੱਤੇ ਦੇ ਆਧਾਰ 'ਤੇ, ਯਾਨੀ ਕਿ ਜੋ ਉਹਨਾਂ ਦਾ ਪੇਸ਼ਾ ਹੈ ਉਸ ਆਧਾਰ 'ਤੇ ਵੀ ਇਹ ਰਿਸਰਚ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਆ ਜਾਂਦਾ ਹੈ ਵਿਵਹਾਰ, ਉਹਨਾਂ ਦਾ ਰਹਿਣ ਸਹਿਣ ਦਾ ਢੰਗ ਵਿਅਕਤੀਗਤ ਕਿਸ ਤਰ੍ਹਾਂ ਦਾ ਹੈ, ਉਸ ਆਧਾਰ 'ਤੇ ਵੀ ਆਪਾਂ ਜੋ ਰਿਟੇਲ ਦਾ ਰਿਸਰਚ ਹੈ ਉਹ ਕੀਤਾ ਜਾਂਦਾ ਹੈ। ਮਨੋਵਿਗਿਆਨਿਕ, ਫਾਇਦੇ ਲੱਭਣਾ, ਖਰੀਦਣ ਲਈ ਤਿਆਰੀ ਵਾਲਾ ਪੱਧਰ, ਉਸ ਆਧਾਰ 'ਤੇ ਵੀ ਇਹ ਰਿਟੇਲ ਰਿਸਰਚ ਕੀਤਾ ਜਾਂਦਾ ਹੈ। ਅੱਗੇ ਆ ਜਾਂਦਾ ਹੈ ਮੁਕਾਬਲਾ। ਇਹ ਪ੍ਰਚੂਨ ਬਾਜ਼ਾਰ ਦਾ ਅਨਿੱਖੜਵਾਂ ਭਾਗ ਹੈ।
ਹਰੇਕ ਪ੍ਰਚੂਨ ਸਟੋਰ ਨੂੰ ਆਪਣੇ ਮੁਕਾਬਲੇ ਪ੍ਰਤੀਯੋਗਤਾ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇਹ ਜਾਣਕਾਰੀ ਪ੍ਰਤੀਯੋਗੀ ਖੋਜ ਹੀ ਇਕੱਠੀ ਕਰ ਸਕਦੀ ਹੈ। ਇਸ ਖੋਜ ਰਾਹੀਂ ਸਾਨੂੰ ਪ੍ਰਤੀਯੋਗਤਾ ਦੇ ਪੱਧਰ ਦੇ ਹੇਠ ਲਿਖੇ ਆਧਾਰ ਪਤਾ ਲੱਗਦੇ ਹਨ, ਜਿਵੇਂ ਕਿ ਉਦਯੋਗ ਪ੍ਰਤੀਯੋਗਤਾ, ਉਤਪਾਦ ਦੀ ਕਿਸਮ ਪ੍ਰਤੀਯੋਗਤਾ, ਬ੍ਰਾਂਡ ਮੁਕਾਬਲੇ। ਇਸ ਤੋਂ ਇਲਾਵਾ ਕੀਮਤ ਪ੍ਰਤੀਯੋਗਿਤਾ, ਵਿਗਿਆਪਨ ਸੰਬੰਧੀ ਪ੍ਰਤੀਯੋਗਿਤਾ, ਯਾਨੀ ਕਿ ਵੱਖਰੇ ਵੱਖਰੇ ਕਿਸਮ ਦੀ ਜੋ ਆਪਸੀ ਕੰਪੀਟੀਸ਼ਨ ਚੱਲ ਰਿਹਾ ਹੈ, ਉਦਯੋਗਾਂ ਦੇ ਵਿੱਚ ਚੱਲ ਰਿਹਾ ਹੈ, ਜਾਂ ਉਤਪਾਦ ਦੀ ਕਿਸੇ ਖਾਸ ਕਿਸਮ 'ਚ ਚੱਲ ਰਿਹਾ ਹੈ, ਜਾਂ ਵੱਖਰੇ ਵੱਖਰੇ ਬ੍ਰਾਂਡਾਂ ਦੇ ਵਿੱਚ ਮੁਕਾਬਲਾ ਚੱਲ ਰਿਹਾ ਹੈ, ਜਾਂ ਕੀਮਤਾਂ ਦੇ ਵਿੱਚ ਮੁਕਾਬਲਾ ਚੱਲ ਰਿਹਾ ਹੈ, ਜਾਂ ਵਿਗਿਆਪਨ ਦੇਣ ਦੇ ਤਰੀਕਿਆਂ 'ਚ ਮੁਕਾਬਲਾ ਚੱਲ ਰਿਹਾ ਹੈ ਨਾ। ਇਹ ਸਾਰਿਆਂ ਦਾ ਅਗਰ ਆਪਾਂ ਅਧਿਐਨ ਕਰਨਾ ਹੈ, ਉਹ ਆਪਾਂ ਨੂੰ ਰਿਸਰਚ ਕਰਨਾ ਪਏਗਾ ਕੰਪੇਅਰ ਕਰਨ ਲਈ ਮੁਕਾਬਲਿਆਂ ਦੇ ਵਿੱਚ। ਸੋ ਉਸ ਵਿੱਚ ਇਹ ਜੋ ਰਿਟੇਲ ਰਿਸਰਚ ਹੈ ਬਹੁਤ ਹੱਦ ਤੱਕ ਕੰਮ ਆਉਂਦਾ ਹੈ। ਮੰਡੀ ਬਾਜ਼ਾਰ ਜਾਣਕਾਰੀ, ਇਹ ਪ੍ਰਣਾਲੀ ਸੂਚਨਾ ਜਾਂ ਜਾਣਕਾਰੀ ਨੂੰ ਇਕੱਤਰ ਅਤੇ ਪ੍ਰੋਸੈਸ ਕਰਨ ਲਈ ਲੋਕਾਂ, ਸਾਜ਼ੋ ਸਮਾਨ ਅਤੇ ਢੰਗ ਤਰੀਕਿਆਂ ਦੀ ਪ੍ਰਣਾਲੀ ਹੈ। ਇਹ ਸੰਚਾਲਨ ਪ੍ਰਣਾਲੀ ਵਸਤੂਆਂ ਨੂੰ ਇਕੱਠਾ ਕਰਨ, ਕਿਸਮ, ਵਿਸ਼ਲੇਸ਼ਣ, ਮੁਲਾਂਕਣ ਅਤੇ ਜਾਣਕਾਰੀ ਦਾ ਪ੍ਰਬੰਧ ਕਰਦੀ ਹੈ ਅਤੇ ਲੋੜੀਂਦੀ ਜਾਣਕਾਰੀ ਠੀਕ ਸਮੇਂ ਅਤੇ ਠੀਕ ਵਿਅਕਤੀ ਨੂੰ ਵੰਡਣ ਦੇ ਕੰਮ ਆਉਂਦੀ ਹੈ। ਉਦਾਹਰਣ ਲਈ, ਫੈਸਲਾ ਲੈਣ ਵਾਲੇ ਨੂੰ ਠੀਕ ਸਮੇਂ 'ਤੇ ਲੋੜੀਂਦੀ ਅਤੇ ਠੀਕ ਜਾਣਕਾਰੀ ਦੇਣ ਦਾ ਪ੍ਰਬੰਧ ਕਰਦੀ ਹੈ। ਇਹਦਾ ਮਤਲਬ ਇਹ ਹੈ, ਇੱਕ MIS ਦੇ ਅਕੋਰਡਿੰਗ, ਮੰਡੀ ਬਾਜ਼ਾਰ ਜਾਣਕਾਰੀ ਪ੍ਰਣਾਲੀ ਦੇ ਅਕੋਰਡਿੰਗ ਵੱਖ-ਵੱਖ ਤਰ੍ਹਾਂ ਦੀ ਵਸਤੂਆਂ ਦੀ ਕਿਸਮ, ਉਹਨਾਂ ਦੀ ਮੁਲਾਂਕਣ, ਉਹਨਾਂ ਦਾ ਵਿਸ਼ਲੇਸ਼ਣ, ਹੋਰ ਬਹੁਤ ਸਾਰੀ ਜਾਣਕਾਰੀ ਨੂੰ ਇਕੱਠਾ ਕਰਕੇ ਪਬਲਿਸ਼ ਅਖਬਾਰਾਂ ਰਾਹੀਂ ਵੀ ਕੀਤਾ ਜਾਂਦਾ ਹੈ, ਸਾਲਾਨਾ ਰਿਪੋਰਟਾਂ ਰਾਹੀਂ ਕੀਤਾ ਜਾਂਦਾ ਹੈ, ਜਾਂ ਕਈ ਕਿਤਾਬਾਂ ਰਾਹੀਂ ਵੀ ਕੀਤਾ ਜਾਂਦਾ ਹੈ, ਮੈਗਜ਼ੀਨ ਰਾਹੀਂ ਕੀਤਾ ਜਾਂਦਾ ਹੈ, ਜਾਂ ਨਿਰੀਖਣ ਰਿਪੋਰਟਾਂ ਰਾਹੀਂ ਕੀਤਾ ਜਾਂਦਾ ਹੈ, ਜਿਹਦੀ ਵਰਤੋਂ ਅਖੀਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਅਕਤੀ ਕਰ ਸਕਦੇ ਨੇ ਆਪਣੇ ਫੈਸਲੇ ਲੈਣ ਲਈ ਵੀ ਕਿਹੜੀ ਚੀਜ਼ ਕਿਹੜੇ ਸਮੇਂ ਲਈ ਉਹਨਾਂ ਲਈ ਠੀਕ ਹੈ। MIS 3 ਕਿਰਿਆਵਾਂ 'ਤੇ ਆਧਾਰਿਤ ਹੈ। ਮੰਡੀਕਰਨ ਖੋਜ ਪ੍ਰਣਾਲੀ, ਪ੍ਰਚੂਨ ਸਟੋਰ ਵਿੱਚ ਸਟੋਰ ਸੰਚਾਲਨ ਦੀ ਪ੍ਰਭਾਵਸ਼ਾਲੀ ਪ੍ਰਬੰਧ ਵਿਵਸਥਾ ਲਈ ਉਸ ਦੇ ਮਾਲਕ ਜਾਂ ਪ੍ਰਬੰਧਕਾਂ ਨੂੰ ਲੋੜੀਂਦੀ ਜਾਣਕਾਰੀ MIS ਨੂੰ ਪ੍ਰਦਾਨ ਕਰਨੀ ਚਾਹੀਦੀ ਹੈ। ਉਹ ਉਹਨਾਂ ਦੇ ਸਵਾਲਾਂ ਦੇ ਜਵਾਬ ਪ੍ਰਦਾਨ ਕਰਦਾ ਹੈ ਜੋ ਪ੍ਰਬੰਧਕ ਨੂੰ ਪੁੱਛੇ ਗਏ ਹਨ, ਜਿਵੇਂ ਕਿ ਤੁਸੀਂ ਲਗਾਤਾਰ ਕਿਹੜੇ ਫੈਸਲੇ ਲੈਂਦੇ ਹੋ, ਇਹਨਾਂ ਫੈਸਲਿਆਂ ਨੂੰ ਲੈਣ ਲਈ ਤੁਹਾਨੂੰ ਕਿਹੜੀ ਜਾਣਕਾਰੀ ਚਾਹੀਦੀ ਹੈ, ਤੁਸੀਂ ਕਿਹੜੀ ਜਾਣਕਾਰੀ ਲਗਾਤਾਰ ਪ੍ਰਾਪਤ ਕਰਦੇ ਹੋ, ਤੁਸੀਂ ਕਿਹੜੀ ਖਾਸ ਪੜ੍ਹਾਈ ਸਮੇਂ ਸਿਰ ਕਰਨ ਦੀ ਬੇਨਤੀ ਕਰਦੇ ਹੋ, ਤੁਸੀਂ ਕਿਹੜੀ ਜਾਣਕਾਰੀ ਚਾਹੋਗੇ ਜੋ ਤੁਸੀਂ ਅਜੇ ਤੱਕ ਪ੍ਰਾਪਤ ਨਹੀਂ ਕੀਤੀ, ਕਿਹੜੀ ਜਾਣਕਾਰੀ ਤੁਸੀਂ ਹਰ ਰੋਜ਼ ਚਾਹੋਗੇ, ਹਫ਼ਤਾਵਾਰੀ, ਮਹੀਨਾਵਾਰੀ, ਸਾਲਾਨਾ, ਤੁਸੀਂ ਕਿਹੜੇ ਮੈਗਜ਼ੀਨ ਅਤੇ ਵਪਾਰਕ ਰਿਪੋਰਟ ਨਿਯਮਿਤ ਰੂਪ ਵਿੱਚ ਵੇਖਣਾ ਚਾਹੋਗੇ, ਕਿਹੜੇ ਵਿਸ਼ਿਆਂ ਨੂੰ ਤੁਸੀਂ ਜਾਣਕਾਰੀ ਲਈ ਰੱਖਣਾ ਚਾਹੋਗੇ, ਤੁਸੀਂ ਕਿਹੋ ਜਿਹਾ ਪ੍ਰੋਗਰਾਮ ਵਿਸ਼ਲੇਸ਼ਣ ਕਰਨਾ ਚਾਹੋਗੇ। ਅਜੋਕੇ MIS ਵਿੱਚ ਕਿਹੜੇ 4 ਮਦਦਗਾਰ ਸੁਧਾਰ ਕੀਤੇ ਜਾ ਸਕਦੇ ਹਨ। ਜੋ ਇਹਦਾ ਦੂਸਰਾ ਹਿੱਸਾ ਹੈ ਉਹ ਹੈ ਮੰਡੀਕਰਨ ਸੂਚਨਾ ਪ੍ਰਣਾਲੀ। ਇਹ ਉਹ ਪ੍ਰਕਿਰਿਆ ਅਤੇ ਸਾਧਨਾਂ ਦਾ ਸੈੱਟ ਹੈ ਜਿਸ ਦੀ ਵਰਤੋਂ ਮਾਲਕ ਜਾਂ ਪ੍ਰਬੰਧਕ ਬਾਜ਼ਾਰੀ ਵਸਤੂਆਂ ਵਿੱਚ ਵਿਕਾਸ ਅਤੇ ਘਟਨਾ ਬਾਰੇ ਲਗਾਤਾਰ ਸੂਚਨਾ ਪ੍ਰਾਪਤ ਕਰਨ ਲਈ ਕਰਦੇ ਹਨ। ਇਹ ਜਾਣਕਾਰੀ ਕਿਤਾਬਾਂ ਅਤੇ ਰਸਾਲੇ ਪੜ੍ਹ ਕੇ, ਅਖਬਾਰਾਂ, ਵਪਾਰਕ ਪ੍ਰਕਾਸ਼ਨ, ਇਸ਼ਤਿਹਾਰਾਂ, ਗ੍ਰਾਹਕ ਨਾਲ ਗੱਲਾਂ ਕਰਕੇ, ਲੋੜੀਂਦੀ ਪੂਰਤੀ ਕਰਨ ਵਾਲੇ ਅਤੇ ਵੰਡਣ ਵਾਲੇ ਅਤੇ ਫਰਮ ਦੇ ਕਰਮਚਾਰੀਆਂ ਨਾਲ ਮੀਟਿੰਗਾਂ ਕਰਕੇ ਇਕੱਠੀ ਕੀਤੀ ਜਾ ਸਕਦੀ ਹੈ। ਇੰਟਰਨੈੱਟ ਅਤੇ ਵੈਬਸਾਈਟਸ ਇਸ ਇੱਕ ਬਹੁਤ ਮਹੱਤਵਪੂਰਨ ਸਾਧਨ ਹਨ। ਬਾਜ਼ਾਰ ਸੰਬੰਧੀ ਸੂਚਨਾ ਇੱਕ ਵਾਰ ਇਕੱਠੀ ਕਰਕੇ ਕੰਪਨੀ ਦੇ ਮਹੱਤਵਪੂਰਨ ਅਧਿਕਾਰੀਆਂ ਨੂੰ ਭੇਜੀ ਜਾਂਦੀ ਹੈ। ਇਹ ਸੂਚਨਾ ਕੰਪਨੀ ਦੀਆਂ
ਸਾਲਾਨਾ ਰਿਪੋਰਟਾਂ ਵਰਗੇ ਦੂਜੇ ਸਰੋਤਾਂ ਰਾਹੀਂ ਉਪਲਬਧ ਆંકੜਿਆਂ ਡਾਟਾ ਤੋਂ ਵੀ ਜਾਂਚੀ ਜਾਂਦੀ ਹੈ। ਇਹ ਜਾਣਕਾਰੀ ਉਪਸਾਧਨਾਂ ਤੋਂ ਜਿਵੇਂ ਕਿ ਕੰਪਨੀ ਦੀ ਸਾਲਾਨਾ ਰਿਪੋਰਟ ਆਦਿ ਤੋਂ ਪ੍ਰਾਪਤ ਉਪਲਬਧ ਡਾਟਾ ਤੋਂ ਤਸਦੀਕ ਕੀਤੀ ਜਾਂਦੀ ਹੈ। ਜੋ ਤੀਸਰਾ ਭਾਗ ਹੈ ਉਹ ਹੈ ਕੰਪਨੀ ਦਾ ਅੰਦਰੂਨੀ ਰਿਕਾਰਡ। ਇਹ ਸੂਚਨਾ ਆਰਡਰਾਂ, ਸੇਲਜ਼, ਕੀਮਤਾਂ, ਖਰਚੇ ਅਤੇ ਖੋਜਾਂ, ਪ੍ਰਾਪਤੀਆਂ, ਭੁਗਤਾਨਾਂ ਅਤੇ ਹੋਰ ਅੰਦਰੂਨੀ ਰਿਪੋਰਟਾਂ ਆਦਿ ਤੋਂ ਜਾਰੀ ਹੁੰਦੀ ਹੈ। ਵਿਕਰੀ ਵਿਭਾਗ ਵਿਕਰੀ, ਤਰਜੀਹੀ ਵਸਤੂਆਂ, ਪੈਸੇ ਦੀ ਪ੍ਰਾਪਤੀ, ਗ੍ਰਾਹਕ ਦੀ ਗਿਣਤੀ ਆਦਿ ਦਾ ਰਖਵਾਲਾ ਹੈ। ਵਸਤੂ ਦੀ ਪ੍ਰਾਪਤੀ ਕਰਨ ਵਾਲਾ ਵਿਭਾਗ ਕੋਈ ਵਸਤੂ ਜਾਂ ਵਸਤੂਆਂ ਕਦੋਂ ਅਤੇ ਕਿੱਥੇ ਪ੍ਰਾਪਤ ਹੋਈਆਂ ਵਸਤੂਆਂ ਦਾ ਡਾਟਾ ਪ੍ਰਦਾਨ ਕਰਦਾ ਹੈ। ਵਸਤੂ ਸੂਚੀ ਵਿਵਸਥਾ ਵਿਭਾਗ ਸਟਾਕ ਦੇ ਪੱਧਰ ਦਾ ਡਾਟਾ ਰੱਖਦਾ ਹੈ। ਦੁਕਾਨ 'ਤੇ ਕੰਮ ਕਰਨ ਵਾਲੇ ਕਰਮਚਾਰੀ, ਗਾਹਕਾਂ ਦੀ ਗਿਣਤੀ, ਘਟਨਾ, ਗ੍ਰਾਹਕ ਦੀ ਕਿਸਮ, ਗ੍ਰਾਹਕ ਦੀ ਤਰਜੀਹ, ਗ੍ਰਾਹਕ ਦੀਆਂ ਸ਼ਿਕਾਇਤਾਂ, ਉਤਪਾਦਨ ਦੀ ਤਰਜੀਹ ਆਦਿ ਸੰਬੰਧੀ ਡਾਟਾ ਪ੍ਰਦਾਨ ਕਰਦੇ ਹਨ। ਸ਼ਰਤ ਹੈ ਕਿ ਉਹ ਇਹਨਾਂ ਆਈਟਮਾਂ ਦਾ ਰਿਕਾਰਡ ਰੱਖਦੇ ਹੋਣ। ਇਸ ਤੋਂ ਬਾਅਦ ਆ ਜਾਂਦਾ ਹੈ ਮੰਡੀਕਰਨ ਖੋਜ ਦੇ ਕੰਮ, ਰੋਲਸ ਆਫ ਮਾਰਕੀਟ ਰਿਸਰਚ। ਸਭ ਤੋਂ ਪਹਿਲਾ ਹੈ ਬਾਜ਼ਾਰੀ ਖੋਜ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਆਪਣੇ ਰੋਲ 'ਤੇ ਚਾਨਣਾ ਪਾਉਂਦੀ ਹੈ। ਸੈਕਿੰਡ ਪੁਆਇੰਟ, ਇਸ ਦਾ ਇੱਕ ਮਹੱਤਵਪੂਰਨ ਹਿੱਸਾ ਇਹ ਹੈ ਕਿ ਇਸ ਵਿੱਚ ਲੋੜੀਂਦੀ ਜਾਣਕਾਰੀ ਦੀ ਵਿਸ਼ੇਸ਼ਤਾ ਦਾ ਵਰਣਨ ਕਰਨਾ ਸ਼ਾਮਿਲ ਹੈ। ਤੀਸਰਾ ਪੁਆਇੰਟ, ਮਾਰਕੀਟ ਸੂਚਨਾ ਜਾਂ ਜਾਣਕਾਰੀ ਦਾ ਅਨੋਖਾ, ਬੁੱਧੀਮਤਾ ਵਾਲਾ ਅਤੇ ਰਚਨਾਤਮਕ ਪ੍ਰਯੋਗ ਕਰਕੇ ਸੰਗਠਨ ਚਿਰਸਥਾਈ ਪ੍ਰਤੀਯੋਗੀ ਲਾਭ ਲੈ ਸਕਦੇ ਹਨ। ਜੋ ਨੈਕਸਟ ਪੁਆਇੰਟ ਹੈ, ਪਰਚੂਨ ਖੋਜ ਦੀ ਮਦਦ ਨਾਲ ਪਰਚੂਨ ਵਪਾਰੀ ਬਾਜ਼ਾਰ ਹਾਲਾਤ ਦੇ ਵਿਸ਼ਲੇਸ਼ਣ ਅਤੇ ਪ੍ਰਤੀਯੋਗੀ ਲਾਭ ਲੈਣ ਲਈ ਰਣਨੀਤੀ ਦਾ ਵਿਕਾਸ ਕਰ ਸਕਦੇ ਹਨ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਪਰਚੂਨ ਪ੍ਰਬੰਧਕਾਂ ਦੀ ਫੈਸਲੇ ਲੈਣ ਦੀ ਪ੍ਰਕਿਰਿਆ। ਪਰਚੂਨ ਖੋਜ ਪਰਚੂਨ ਵਪਾਰੀਆਂ ਦੀ ਮਾਰਕੀਟ ਸੰਬੰਧੀ ਮਹੱਤਵਪੂਰਨ ਫੈਸਲੇ ਲੈਣ ਵਿੱਚ ਮਦਦ ਕਰਦੀ ਹੈ, ਜਿਵੇਂ ਕਿ ਮਾਰਕੀਟ ਦੀ ਸਥਿਤੀ, ਕਿਸੇ ਖਾਸ ਟਾਰਗੇਟ ਮਾਰਕੀਟ ਲਈ ਸਭ ਤੋਂ ਢੁਕਵੇਂ ਪਰਚੂਨ ਫਾਰਮੈਟ ਦੀ ਚੋਣ, ਸਮਾਨ ਜਾਂ ਉਤਪਾਦ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਆਦਿ। ਪਰਚੂਨ ਪ੍ਰਬੰਧਕਾਂ ਦੀ ਫੈਸਲੇ ਲੈਣ ਦੀ ਪ੍ਰਕਿਰਿਆ, ਵਿਸ਼ਲੇਸ਼ਣ, ਰਣਨੀਤੀ ਦਾ ਵਿਕਾਸ, ਬਾਜ਼ਾਰੀ ਸਥਿਤੀ ਦਾ ਵਿਕਾਸ, ਪ੍ਰੋਗਰਾਮ ਅਤੇ ਇਸ ਨੂੰ ਲਾਗੂ ਕਰਨ ਦੇ ਰੂਪ ਵਿੱਚ ਹੁੰਦੀ ਹੈ। ਇਹ ਆਮ ਕਰਕੇ ਨਿਰੰਤਰ ਪ੍ਰਕਿਰਿਆ ਹੈ, ਜਿਹੜੀ ਕਿ ਬਾਜ਼ਾਰ ਦੀ ਖਾਸ ਸਥਿਤੀ ਦੀ ਮੰਗ 'ਤੇ ਆਧਾਰਿਤ ਹੈ ਅਤੇ ਪਰਚੂਨ ਵਪਾਰੀ ਨੂੰ ਲਏ ਫੈਸਲੇ ਨੂੰ ਬਦਲਣਾ ਪੈ ਸਕਦਾ ਹੈ। ਜੋ ਪਰਚੂਨ ਪ੍ਰਬੰਧਕ ਦੀ ਫੈਸਲੇ ਲੈਣ ਦੀ ਪ੍ਰਕਿਰਿਆ ਹੈ ਉਸ ਨੂੰ ਇਸ ਚਾਰਟ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਆ ਜਾਂਦਾ ਹੈ ਪਰਚੂਨ ਖੋਜ ਪ੍ਰਬੰਧਕਾਂ ਲਈ ਸਹਾਇਕ ਹੁੰਦੀ ਹੈ। ਉਹਦੇ ਵਿੱਚ ਆ ਜਾਂਦੇ ਨੇ ਬਾਜ਼ਾਰੀ ਸਥਿਤੀ ਵਿਸ਼ਲੇਸ਼ਣ ਨੂੰ ਸ਼ੁਰੂ ਕਰਨਾ। ਦੂਸਰਾ ਹੈ ਪ੍ਰਤੀਯੋਗਿਤਾ ਲਾਭ ਲਈ ਵਿਕਾਸਸ਼ੀਲ ਰਣਨੀਤੀ 'ਤੇ ਕੰਮ ਕਰਨਾ। ਤੀਸਰਾ ਹੈ ਵਿਸ਼ੇਸ਼ ਬਾਜ਼ਾਰੀ ਪ੍ਰੋਗਰਾਮਾਂ ਦੇ ਵਿਕਾਸ ਲਈ ਹਿਸਾਬ ਲਾਉਣਾ। ਫੋਰਥ ਹੈ ਗਿਣਤੀ ਮਿਣਤੀ ਵਾਲੇ ਉਦੇਸ਼ਾਂ ਨਾਲ ਰਣਨੀਤੀ ਲਾਗੂ ਕਰਨਾ। ਇਸ ਤੋਂ ਬਾਅਦ ਆਪਾਂ ਜੋ ਪੜ੍ਹਾਂਗੇ ਖੋਜ ਢੰਗਾਂ ਦੀਆਂ ਕਿਸਮਾਂ, ਵੀ ਕਿਹੜੇ ਤਰੀਕਿਆਂ ਨਾਲ ਇਹ ਖੋਜ ਕਰਨ ਦੇ ਢੰਗ ਜਿਹੜੇ ਹੈ ਉਹ ਕਿਸ ਕਿਸਮਾਂ ਦੇ ਹੁੰਦੇ ਨੇ। ਪਹਿਲਾ ਹੈ ਗੁਣਾਤਮਕ ਖੋਜ ਤਰੀਕਾ ਜਾਂ ਗੁਣਾਤਮਕ ਖੋਜ ਢੰਗ। ਗੁਣਾਤਮਕ ਢੰਗ ਉਪਭੋਗੀ ਦੇ ਮਨ ਵਿੱਚ ਕੀ ਹੈ ਉਸ ਨੂੰ ਲੱਭਣ ਲਈ ਵਰਤੋਂ ਕੀਤਾ ਜਾਂਦਾ ਹੈ। ਗੁਣਾਤਮਕ ਖੋਜ ਰਾਹੀਂ ਪਰਚੂਨ ਵਪਾਰੀ
ਉਪਭੋਗੀ ਦੀ ਗਤੀਵਿਧੀ ਅਤੇ ਸਰੋਕਾਰ ਦੇ ਵਿਸਥਾਰ ਅਤੇ ਜਟਿਲਤਾ ਤੋਂ ਜਾਣੂ ਹੋ ਸਕਦਾ ਹੈ। ਇਹੋ ਜਿਹਾ ਆਂਕੜਾ ਪ੍ਰਚੂਨ ਵਪਾਰੀ ਨੂੰ ਆਮ ਤੌਰ 'ਤੇ ਇਹਨਾਂ ਚੀਜ਼ਾਂ ਬਾਰੇ ਹੋਰ ਜਾਣਨ ਵਿੱਚ ਮਦਦ ਕਰਦਾ ਹੈ, ਜਿਵੇਂ ਮਹਿਸੂਸ ਕਰਨਾ, ਵਿਕਾਸ, ਅੰਦਰੂਨੀ ਵਿਚਾਰ, ਪਹਿਲਾ ਵਿਵਹਾਰ ਆਦਿ, ਜਿਨ੍ਹਾਂ ਨੂੰ ਉਹ ਸਿੱਧੇ ਤੌਰ 'ਤੇ ਅਨੁਸਰਨ ਅਤੇ ਮਾਪ ਨਹੀਂ ਸਕਦਾ। ਕਿਸੇ ਉਤਪਾਦ ਮਿਕਸ ਨੂੰ ਉੱਨਤ ਕਰਨ ਦੇ ਉਦੇਸ਼ ਨਾਲ ਫੋਕਸ ਗਰੁੱਪਾਂ ਨੂੰ ਨਿਸ਼ਾਨੇ ਵਾਲੇ ਬਾਜ਼ਾਰ ਵਿੱਚ ਮੁੱਖ ਹਿੱਸੇ ਵਜੋਂ ਵਿਚਾਰਿਆ ਜਾਂਦਾ ਹੈ ਅਤੇ ਉਹਨਾਂ ਦੀਆਂ ਉਤਪਾਦ ਤਰਜੀਹਾਂ ਨੂੰ ਪੜ੍ਹਿਆ ਜਾਂਦਾ ਹੈ। ਇਹ ਇਸ ਤਰ੍ਹਾਂ ਕੀਤਾ ਜਾਂਦਾ ਹੈ। ਪਹਿਲਾ, ਟੀਚਾ ਗਰੁੱਪ ਜਾਂ ਫੋਕਸ ਗਰੁੱਪ ਵਿੱਚ ਉਤਪਾਦ ਦੀ ਸਭ ਤੋਂ ਜ਼ਿਆਦਾ ਸੰਭਾਵਿਤ ਸਥਿਤੀ ਨੂੰ ਪਛਾਣਨਾ। ਦੂਸਰਾ ਹੈ ਵੱਖ-ਵੱਖ ਵਿਸ਼ੇਸ਼ਤਾ ਦੇ ਸੰਕੇਤਾਂ ਨੂੰ ਪ੍ਰਾਪਤ ਕਰਨਾ, ਜਿਹੜੇ ਖਰੀਦਦਾਰੀ ਦੀਆਂ ਵਿਸ਼ੇਸ਼ਤਾਵਾਂ ਨਾਲ ਸੰਬੰਧਿਤ ਹਨ, ਜਿਵੇਂ ਕਿ ਮਾਹੌਲ, ਖਰੀਦਦਾਰੀ ਦੀਆਂ ਲੋੜਾਂ ਅਤੇ ਮੰਗਾਂ, ਸਟਾਈਲ ਦੀਆਂ ਤਰਜੀਹਾਂ, ਕੁਝ ਹੋਰ ਜ਼ਰੂਰੀ ਗੱਲਾਂ ਅਤੇ ਮਨਾਹੀਆਂ ਆਦਿ। ਤੀਸਰਾ ਪੁਆਇੰਟ ਹੈ ਟਾਰਗੇਟ ਗਰੁੱਪ ਨੂੰ ਆਕਰਸ਼ਿਤ ਕਰਨ ਲਈ ਉਪਲਕਸ਼ੀ ਮਾਰਕੀਟ ਵਿੱਚ ਤਰਜੀਹੀ ਪਹਿਲਕਦਮੀ ਉੱਪਰ ਨਾਪੱਖੀ ਨਿਰੀਖਣ ਕਰੋ। ਗੁਣਾਤਮਕ ਖੋਜ ਵਿੱਚ ਵਰਤੇ ਗਏ ਢੰਗ ਤਰੀਕੇ ਮਿਆਰੀ ਪ੍ਰਸ਼ਨਾਵਲੀ ਆਧਾਰਿਤ ਇੰਟਰਵਿਊ ਨਾਲੋਂ ਘੱਟ ਸੰਗਠਨ ਅਤੇ ਵਧੇਰੇ ਤੇਜ਼ ਹੁੰਦੇ ਹਨ। ਲਕਸ਼ ਅਧੀਨ ਮਾਰਕੀਟ ਨੂੰ ਪ੍ਰਦਰਸ਼ਿਤ ਕਰਨ ਲਈ ਕੇਵਲ ਛੋਟੀ ਸੰਖਿਆ ਵਿੱਚ ਉੱਤਰਦੇਹੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਨਾਲ ਉਹਨਾਂ ਦੀ ਸੰਗਠਨ ਅਤੇ ਵੱਡੇ ਪੱਧਰ ਦੀ ਪੜ੍ਹਾਈ ਦੀ ਭੂਮਿਕਾ ਤਿਆਰ ਹੁੰਦੀ ਹੈ। ਇਹਦੇ ਵਿੱਚ ਆ ਜਾਂਦੇ ਨੇ ਤਰੀਕੇ। ਗੁਣਾਤਮਕ ਖੋਜ ਦੇ ਢੰਗ ਤਰੀਕਿਆਂ ਦੀਆਂ ਮੁੱਖ ਸ਼੍ਰੇਣੀਆਂ। ਪਹਿਲੀ ਹੈ ਸਮੱਸਿਆ ਦੀ ਵਿਸਥਾਰਪੂਰਵਕ ਪਰਿਭਾਸ਼ਾ ਦੇਣੀ। ਦੂਸਰਾ ਹੈ ਬਾਅਦ ਵਾਲੀ ਖੋਜ ਵਿੱਚ ਕਾਲਪਨਿਕ ਖੋਜ ਨੂੰ ਟੈਸਟ ਕਰਨ ਦਾ ਸੁਭਾਅ ਦੇਣਾ। ਤੀਸਰਾ ਪੁਆਇੰਟ ਨਵੇਂ ਉਤਪਾਦ ਜਾਂ ਸੇਵਾ ਧਾਰਨਾ ਨੂੰ ਪੈਦਾ ਕਰਨਾ, ਸਮੱਸਿਆ ਦੇ ਹੱਲ, ਉਤਪਾਦਨ ਦੇ ਢੰਗ ਜਾਂ ਵਿਸ਼ੇਸ਼ਤਾਵਾਂ ਆਦਿ। ਨੀਵੀਆਂ ਉਤਪਾਦ ਧਾਰਨਾਵਾਂ ਦੇ ਪ੍ਰਤੀ ਮੁੱਢਲੀ ਪ੍ਰਤੀਕਿਰਿਆ ਪ੍ਰਾਪਤ ਕਰਨਾ। ਸੰਗਠਿਤ ਪ੍ਰਸ਼ਨਾਵਲੀ ਨੂੰ ਪਹਿਲਾਂ ਪਰਖਣਾ। ਜੋ ਸੈਕਿੰਡ ਹੈ ਇਸਦਾ ਉਹ ਹੈ ਵਰਣਨ ਖੋਜ ਤਰੀਕੇ। ਵਰਣਨ ਖੋਜ ਦੇ ਵਿੱਚ ਕੀ ਆ ਜਾਂਦਾ ਹੈ? ਉਪਭੋਗੀਆਂ ਦੇ ਚੰਗੇ ਵਿਚਾਰ ਅਤੇ ਗਿਆਨ ਦੀ ਜਾਣਕਾਰੀ ਲੈਣਾ। ਸੈਕਿੰਡ ਆ ਜਾਂਦਾ ਹੈ ਇਸ 'ਚ ਅਣਜਾਣ ਵਾਤਾਵਰਨ ਸੰਬੰਧੀ ਖੋਜੀਆਂ ਨੂੰ ਸਿੱਖਿਆ ਦੇਣਾ। ਇੱਛਾਵਾਂ ਅਤੇ ਲੋੜਾਂ, ਸੰਤੁਸ਼ਟੀ ਦਾ ਪੱਧਰ, ਵਰਤੋਂ ਕਰਨ ਦੀ ਸਥਿਤੀ ਅਤੇ ਸਮੱਸਿਆ। ਅੱਗੇ ਆ ਜਾਂਦਾ ਹੈ ਸਮੱਸਿਆ ਦੀ ਅੰਤਰਦ੍ਰਿਸ਼ਟੀ ਨੂੰ ਜਾਣਨਾ, ਜਿਸ ਦਾ ਬਣਤਰ ਖੋਜ ਤਰੀਕੇ ਨਾਲ ਪਿੱਛਾ ਕਰਨਾ ਅਸੰਭਵ ਹੈ। ਗੁਣਾਤਮਕ ਖੋਜ ਨੂੰ ਇਸ ਰੂਪ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਵਿਅਕਤੀਆਂ ਦੀ ਡੂੰਘਾਈ ਵਿੱਚ ਇੰਟਰਵਿਊ, ਫੋਕਸ ਗਰੁੱਪ ਵਿਚਾਰ ਵਟਾਂਦਰਾ, ਪ੍ਰੋਜੈਕਟ ਤਕਨੀਕਾਂ। ਜੋ ਇਸ 'ਚ ਦੂਸਰਾ ਤਰੀਕਾ ਆ ਜਾਂਦਾ ਹੈ ਸਰਵੇਖਣ ਰਾਹੀਂ ਮਾਤਰਾ ਸੰਬੰਧੀ ਖੋਜ, ਯਾਨੀ ਕਿ ਸਰਵੇ ਕਰਕੇ ਮਾਤਰਾ ਦੇ ਨਾਲ ਆਧਾਰਿਤ ਜੋ ਖੋਜ ਢੰਗ ਹੈ ਉਹਨੂੰ ਵਰਤ ਕੇ। ਸਰਵੇਖਣ ਕਈ ਰੂਪਾਂ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਅਤੇ ਬਹੁਤ ਜ਼ਿਆਦਾ ਵਰਤੋਂ ਵਾਲੀਆਂ ਤਕਨੀਕਾਂ ਵਿੱਚੋਂ ਇੱਕ ਹੈ, ਜਿਹੜੀਆਂ ਸੰਚਾਰ ਰਾਹੀਂ ਉੱਤਰ ਦੇਣ ਵਾਲੇ ਗਰੁੱਪਾਂ ਰਾਹੀਂ ਵਰਤੀਆਂ ਜਾਂਦੀਆਂ ਹਨ। ਜਾਣਕਾਰੀ ਸੂਚਨਾ ਉਪਭੋਗੀਆਂ ਦੇ ਵਿਵਹਾਰ ਨੂੰ ਜਾਂਚ ਕੇ ਜਾਂ ਉਹਨਾਂ ਤੋਂ ਸਵਾਲ ਪੁੱਛ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਉਦਾਹਰਨ ਦੇ ਤੌਰ 'ਤੇ ਮੰਨ ਲਓ ਕਿ HDFC ਬੈਂਕ ਆਪਣੇ
ਮੌਜੂਦਾ ਗਾਹਕਾਂ ਨੂੰ ਕ੍ਰੈਡਿਟ ਕਾਰਡ, ਬਿਜਲੀ ਦੇ ਬਿੱਲਾਂ ਦੀ ਅਤੇ ਹੋਰ ਉਪਯੋਗਤਾ ਬਿੱਲਾਂ ਦੀ ਸਿੱਧੀ ਅਦਾਇਗੀ ਕਰਨ ਦੀ ਸੇਵਾ ਦੇਣ ਬਾਰੇ ਸੋਚ ਰਿਹਾ ਹੈ। ਇਸ ਲਈ ਬੈਂਕ ਨੂੰ ਇੱਕ ਸਰਵੇਖਣ ਅਧਿਐਨ ਕਰਨਾ ਪਵੇਗਾ, ਇਹ ਨਿਰਧਾਰਿਤ ਕਰਨ ਲਈ ਕਿ ਕਿੰਨੇ ਅਜੋਕੇ ਗਾਹਕਾਂ ਨੂੰ ਇਸ ਪ੍ਰਕਾਰ ਦੀ ਸਰਵਿਸ ਬਾਰੇ ਪਤਾ ਸੀ, ਉਹਨਾਂ ਦੇ ਨਜ਼ਰੀਏ ਅਤੇ ਵਿਚਾਰ, ਅਤੇ ਕੀ ਉਹ ਇਸ ਦਾ ਪ੍ਰਯੋਗ ਕਰਨਾ ਚਾਹੁੰਦੇ ਸਨ। ਇਸ ਪ੍ਰਕਾਰ ਇੱਛਤ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਰਵੇਖਣ ਖੋਜਕਰਤਾ ਦੀ ਮਦਦ ਕਰ ਸਕਦਾ ਹੈ। ਖੋਜ ਦਾ ਆਬਜ਼ਰਵੇਸ਼ਨ ਤਰੀਕਾ। ਆਬਜ਼ਰਵੇਸ਼ਨ ਤਰੀਕਾ ਇੱਕ ਅਜਿਹਾ ਡਾਟਾ ਇਕੱਠਾ ਕਰਨ ਦਾ ਤਰੀਕਾ ਹੈ ਜਿਸ ਵਿੱਚ ਉਪਭੋਗੀ ਨਾਲ ਸੰਬੰਧਿਤ ਵਿਵਹਾਰ ਵਿਚਾਰਿਆ ਜਾਂਦਾ ਹੈ, ਪਰ ਇਹ ਕੇਵਲ ਵਰਤਮਾਨ ਵਿਵਹਾਰ ਤੱਕ ਹੀ ਸੀਮਿਤ ਜਾਣਕਾਰੀ ਪ੍ਰਦਾਨ ਕਰਦਾ ਹੈ। ਭਾਵੇਂ ਇਹ ਇੱਕ ਅੜਚਨ ਹੈ, ਪਰ ਕਈ ਅਜਿਹੀ ਖੋਜ ਹਨ ਜੋ ਅਨੁਸਰਨ ਤਰੀਕੇ ਨੂੰ ਹੀ ਪਹਿਲ ਦਿੰਦੇ ਹਨ ਅਤੇ ਚੱਲ ਰਹੇ ਵਿਵਹਾਰ ਨੂੰ ਖੋਜ ਕੰਮ ਦਾ ਸਮੁੱਚਾ ਹਿੱਸਾ ਮੰਨਦੇ ਹਨ। ਆਬਜ਼ਰਵੇਸ਼ਨ ਤਰੀਕੇ ਦੇ ਲਾਭ। ਇਹ ਡਾਟਾ ਇਕੱਠਾ ਕਰਨ ਦਾ ਘੱਟ ਖਰਚੀਲਾ ਅਤੇ ਸਹੀ ਤਰੀਕਾ ਹੈ। ਇਹ ਵਿਕਰੀ ਕੇਂਦਰ 'ਤੇ ਹੀ ਉਪਭੋਗੀ ਦੇ ਵਿਵਹਾਰ ਦੀ ਸਮੀਖਿਆ ਕਰ ਸਕਦਾ ਹੈ। ਇਸ ਨਾਲ ਸਵਾਲਾਂ ਦੇ ਜਵਾਬ ਦੇਣਾ ਸੌਖਾ ਹੋਵੇਗਾ, ਕਿਉਂਕਿ ਉਪਭੋਗੀ ਦੀ ਮਾਲ ਦੀ ਪ੍ਰਦਰਸ਼ਨੀ ਅਤੇ ਦੇਖਣ ਸੰਬੰਧੀ ਦੀ ਪ੍ਰਕਿਰਿਆ ਹੈ। ਉਪਭੋਗੀ ਦਾ ਉਪਭੋਗ ਸਟੋਰ ਵਿੱਚ ਘੁੰਮਣ ਫਿਰਨ ਦਾ ਕੀ ਤਰੀਕਾ ਹੈ। ਖਰੀਦਦਾਰ ਦੇ ਬ੍ਰਾਂਡ ਸੰਬੰਧੀ ਉਸ ਕਿਹੜੇ ਮਾਰਕੇ ਹਨ ਜਿਨ੍ਹਾਂ ਨੂੰ ਉਪਭੋਗੀ ਨੇ ਵੱਧ ਤਰਜੀਹ ਦਿੱਤੀ ਹੈ। ਉਪਭੋਗੀ ਦਾ ਪ੍ਰਾਈਵੇਟ ਅਤੇ ਸਟੋਰ ਵਿੱਚ ਲੇਬਲ ਸੰਬੰਧੀ ਕੀ ਪ੍ਰਤੀਕਿਰਿਆ ਹੈ। ਉਪਭੋਗੀ ਦੁਆਰਾ ਕਿਹੜੇ ਸਵਾਲ ਆਮ ਤੌਰ 'ਤੇ ਪੁੱਛੇ ਗਏ ਹਨ। ਸੋ ਇਸ ਤਰ੍ਹਾਂ ਦੀ ਆਬਜ਼ਰਵੇਸ਼ਨ ਦਾ ਜਿਹੜਾ ਤਰੀਕਾ ਉਸਦੇ ਕੁਛ ਇਹ ਲਾਭ ਨੇ। ਸੰਸਾਰੀਕਰਨ, ਗਲੋਬਲਾਈਜੇਸ਼ਨ। ਤੁਸੀਂ ਡਾਇਗਰਾਮ 'ਚ ਧਿਆਨ ਨਾਲ ਦੇਖਿਓ। ਇਸ ਡਾਇਗਰਾਮ ਦੇ ਵਿੱਚ ਨਾ 3 ਸਰਕਲ ਨੇ ਮੇਨ। ਸਭ ਤੋਂ ਬਾਹਰ ਇੱਕ ਬੜਾ ਸਰਕਲ ਹੈ, ਬਲੈਕ ਕਲਰ ਜਿਸ ਦੀ ਲਾਈਨਿੰਗ ਹੈ ਨਾ, ਇਹਦੇ 'ਤੇ ਲਿਖਿਆ ਹੋਇਆ ਹੈ ਗਲੋਬਲ ਮਾਰਕੀਟ। ਉਸ ਤੋਂ ਬਾਅਦ ਇਸ ਦੇ ਅੰਦਰ ਇੱਕ ਹੋਰ ਸਰਕਲ ਆ ਗਿਆ, ਇਹ ਦੂਸਰਾ, ਇਹਦਾ ਲਿਖਿਆ ਹੈ ਨੈਸ਼ਨਲ ਮਾਰਕੀਟ। ਇੱਕ ਇਸ ਦੇ ਵਿੱਚ ਹੋਰ ਸਰਕਲ ਹੈ, ਉਸ ਦਾ ਨਾਮ ਲਿਖਿਆ ਇਹਨਾਂ ਨੇ ਲੋਕਲ ਮਾਰਕੀਟ। ਹੁਣ ਆਪਾਂ ਇਹਦੇ ਵਿੱਚ ਪੜ੍ਹਾਂਗੇ, ਅੱਜ ਕੱਲ੍ਹ ਫਰਮਾਂ ਆਪਣੇ ਮੰਡੀ ਵਪਾਰ ਦਾ ਦਾਇਰਾ ਰਾਜ ਜਾਂ ਰਾਸ਼ਟਰ ਦੀਆਂ ਹੱਦਾਂ ਤੋਂ ਅੱਗੇ ਫੈਲਾਉਂਦੀਆਂ ਹਨ। ਸੰਗਠਿਤ ਪ੍ਰਚੂਨ ਵਪਾਰ ਨੇ ਵਪਾਰ ਨੂੰ ਸਿਲਸਿਲੇਵਾਰ ਢੰਗਾਂ ਨਾਲ ਰਾਸ਼ਟਰੀ ਸਰਹੱਦ ਪਾਰ ਕਰਨਾ ਸੰਭਵ ਬਣਾ ਦਿੱਤਾ ਹੈ। ਇਹ ਜਾਣਕਾਰੀ ਦੀ ਪ੍ਰਾਪਤੀ ਅਤੇ ਸੰਚਾਰ ਸਾਧਨਾਂ ਦੇ ਕਾਰਨ ਹੀ ਹੋਇਆ ਹੈ। ਸੋ ਗਲੋਬਲਾਈਜੇਸ਼ਨ ਇਹ ਇੱਕ ਆਪਣੇ ਆਪ 'ਚ ਇੱਕ ਅਲੱਗ ਤੋਂ ਟੌਪਿਕ ਹੈ, ਇਹਦੇ 'ਤੇ ਆਪਾਂ ਡਿਟੇਲ 'ਚ ਵੀ ਇੱਕ ਵਾਰ ਸਟੱਡੀ ਕਰਾਂਗੇ। ਠੀਕ ਹੈ ਜੀ। ਸੋ ਅੱਜ ਦਾ ਜੋ ਸੈਸ਼ਨ ਹੈ ਇਹ ਇੱਥੇ ਹੀ ਸਮਾਪਤ ਹੁੰਦਾ ਹੈ। ਧੰਨਵਾਦ।